प्रोग्राम खास खबर के नाल मैं कमलजीत सिद्धू हाजिर हाँ। तुसीं देख रहे हो द पंजाब टॉक्स चैनल। जिन्हां दो खबरों के उत्ते गल करनी आ, उस दे विच सुप्रीम कोर्ट विच एक मामला आया कि जिहड़े टीवी चैनल नफरत फैलाउंदे आ उन्हां दे उत्ते कार्रवाई होनी चाहिए। दूजा मुद्दा यह है कि इंदौर दे विच प्रवासी भारती सम्मेलन होया ते उत्थे सरकार ने एक बारी फिर उही कुछ हरकत की आ जिहड़ी कुछ समा पहला ट्रंप दे आया की सी कि शहर दियां गरीब बस्तियां नूं लुको दिता गया सीगा। ਤਾਂ ਆਉਂਦੇ ਹਾਂ ਜੀ ਪਹਿਲੀ ਖਬਰ ਵੱਲ। ਆਮ ਤੌਰ 'ਤੇ ਇਹ ਗੱਲ ਸਾਡੇ ਪੰਜਾਬੀ ਸਮਾਜ ਦੇ ਵਿੱਚ ਬੋਲੀ ਜਾਂਦੀ ਆ ਕਹਾਵਤ ਦੇ ਰੂਪ ਵਿੱਚ ਕਿ ਮੰਦਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਪਰ ਕਰਤਾਰੋਂ ਡਰਨ ਵਾਲੇ ਤਾਂ ਲੋਕ ਇਹੋ ਜਿਹੇ ਕਈ ਹੈਗੇ ਆ ਕਿ ਜਿਹੜੇ ਸੱਚਮੁੱਚ ਹੀ ਬੜਾ ਬੋਝ ਕੇ ਬੋਲਦੇ ਆ, ਜਿਹੜਾ ਬੜੇ ਸਲੀਕੇ ਦੀ ਜ਼ਬਾਨ ਬੋਲਦੇ ਆ, ਪਰ ਕਈ ਇੰਨੇ ਮੂੰਹ ਫੱਟ ਆ ਕਿ ਉਹ ਜਦੋਂ ਜ਼ਬਾਨ ਖੋਲ੍ਹਦੇ ਆ ਤਾਂ ਨਿਰੀ ਅੱਗ ਉਗਲਦੇ ਆ। ਖਾਸ ਤੌਰ ਦੇ ਉੱਤੇ ਜਦੋਂ ਲੋਕਾਂ ਤੋਂ ਹਟ ਕੇ ਅਸੀਂ ਉਸ ਇੱਕ ਸਮਾਜ ਦੇ ਬੰਨੀ ਆ ਜਾਈਏ ਜਿਹੜਾ ਸਮਾਜ ਲੋਕਾਂ ਦੀ ਗੱਲ ਕਰਦਾ। ਮੇਰਾ ਮਤਲਬ ਟੀਵੀ ਚੈਨਲਾਂ ਤੋਂ ਆ। ਟੀਵੀ ਚੈਨਲਾਂ ਦੇ ਉੱਤੇ ਬੈਠੇ ਕਾਫੀ ਸਾਰੇ ਲੋਕ, ਐਂਕਰ, ਪੱਤਰਕਾਰ, ਬੁਲਾਰੇ ਜਦੋਂ ਆ ਕੇ ਜ਼ਹਿਰ ਉਗਲਦੇ ਆ, ਨਫ਼ਰਤੀ ਭਾਸ਼ਣ ਦਿੰਦੇ ਆ, ਤਾਂ ਉਹ ਹੈਰਾਨੀ ਪੈਦਾ ਕਰਦੇ ਆ ਕਿ ਮੀਡੀਆ ਨੂੰ ਇਹ ਕੀ ਹੋ ਗਿਆ, ਮੀਡੀਆ ਇਹ ਹਰਕਤਾਂ ਕਿਉਂ ਕਰਨ ਲੱਗ ਪਿਆ ਆ। ਇਹਨਾਂ ਚੀਜ਼ਾਂ ਨੂੰ ਤਾਂ ਬੰਦ ਕਰਨਾ ਚਾਹੀਦਾ ਸੀਗਾ। ਤੁਸੀਂ ਲੋਕਾਂ ਨੂੰ ਸੁਧਾਰਨਾ ਹੈ, ਤੁਸੀਂ ਨਜ਼ਰਸਾਨੀ ਕਰਨੀ ਹੈ, ਤੁਸੀਂ ਉਹਨਾਂ ਚੀਜ਼ਾਂ ਦੇ ਉੱਤੇ ਸਿਰਫ ਤੇ ਸਿਰਫ ਚਰਚਾ ਕਰਨੀ ਹੈ ਔਰ ਫਿਰ ਉਹ ਹੱਲ ਵੀ ਉਹਦੇ ਤੁਹਾਡੀ ਚਰਚਾ ਵਿੱਚੋਂ ਹੀ ਨਿਕਲ ਸਕਦੇ ਆ। ਪਰ ਤੁਸੀਂ ਤਾਂ ਹੋਰ ਪਾਸੇ ਇਹਨਾਂ ਚੀਜ਼ਾਂ ਨੂੰ ਲੈ ਗਏ ਤੇ ਉਹ ਨਫ਼ਰਤੀ ਭਾਸ਼ਣ ਜਿਹੜੇ ਆ ਤੁਸੀਂ ਆਪਣੇ ਇਸ ਪਲੇਟਫਾਰਮ ਦੇ ਜ਼ਰੀਏ ਫੈਲਾਉਣੇ ਸ਼ੁਰੂ ਕਰ ਦਿੱਤੇ ਆ। ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਉੱਠਿਆ ਆ ਤਾਂ ਨਫ਼ਰਤੀ ਭਾਸ਼ਣਾਂ ਨੂੰ ਵੱਡੀ ਅਲਾਮਤ ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਟੀਵੀ ਤੇ ਨਸ਼ਰ ਹੁੰਦੀਆਂ ਖਬਰਾਂ ਦੀ ਸਮੱਗਰੀ ਤੇ ਰੈਗੂਲੇਟਰੀ ਕੰਟਰੋਲ ਦੀ ਘਾਟ ਹੈ। ਔਰ ਇਹਦੇ ਵਿੱਚ ਦੋਸਤੋ ਸਭ ਤੋਂ ਵੱਡੀ ਗੱਲ ਪਤਾ ਕਿਹੜੀ ਹੈ? ਇੱਕ ਅਸੀਂ ਜਿਹੜੇ ਪੰਜਾਬ ਦੇ ਪੰਜਾਬੀ ਚੈਨਲ ਆ, ਇੱਕ ਚੈਨਲ ਉਹ ਚੈਨਲ ਜਿਹਨੂੰ ਅਸੀਂ ਕੌਮੀ ਮੀਡੀਆ ਕਹਿੰਦੇ। ਇਹ ਉਹ ਕੌਮੀ ਮੀਡੀਆ ਆ ਜਿਹਦਾ ਕਿਸਾਨ ਅੰਦੋਲਨ ਦੇ ਵਿੱਚ ਵੀ ਵਿਰੋਧ ਹੋਇਆ ਸੀਗਾ। ਇਹ ਉਹ ਕੌਮੀ ਮੀਡੀਆ ਵਾਲੇ ਆ ਜਿਹੜੇ ਇੰਨੇ ਕੁ ਜ਼ਿਆਦਾ ਮੂੰਹ ਪਾੜ ਕੇ ਬੋਲਦੇ ਆ ਤੇ ਫਿਰ ਕਈ ਗੱਲਾਂ ਅਜਿਹੀਆਂ ਕਹਿ ਜਾਂਦੇ ਜਿਵੇਂ ਕਿ ਸ਼ੁਰੂ ਦੇ ਵਿੱਚ ਕਿਸਾਨਾਂ ਨੂੰ ਵੀ ਅੱਤਵਾਦੀ ਇਹਨਾਂ ਨੇ ਕਹਿਣ ਤੋਂ ਗੁਰੇਜ਼ ਨਹੀਂ ਕੀਤਾ। ਇਹਨਾਂ ਵਿਕਾਊ ਚੈਨਲਾਂ ਨੇ ਜਿਹੜੇ ਕਿ ਕੌਮੀ ਮੀਡੀਆ ਦੇ ਵਿੱਚ ਆ ਜਾਂਦੇ ਆ। ਚੰਦ ਚੈਨਲ ਜਿਹੜੇ ਬਹੁਤ ਵਧੀਆ ਆ ਉਹਨਾਂ ਨੂੰ ਛੱਡ ਕੇ ਤਾਂ ਬਹੁਤਾ ਜਿਹੜਾ ਹੈਗਾ ਆ ਆਧਾਰ ਉਹਨਾਂ ਚੈਨਲਾਂ ਦਾ ਜਿਹੜੇ ਆਹ ਹਰਕਤਾਂ ਕਰੀ ਜਾਂਦੇ ਆ ਤੇ ਉਹਦੇ ਉੱਤੇ ਅੰਕੁਸ਼ ਲਾਉਣ ਦੀ ਲੋੜ ਆ ਕਿ ਉੱਥੇ ਨਫ਼ਰਤੀ ਭਾਸ਼ਣ ਜਿਹੜੇ ਆ ਉਹ ਦਿੱਤੇ ਜਾਂਦੇ ਆ। ਤਾਂ ਜਿਹੜੀ ਹੁਣ ਰੈਗੂਲੇਟਰੀ ਕੰਟਰੋਲ ਦੀ ਘਾਟ ਹੈ ਉਹ ਮੁਲਕ ਵਿੱਚ ਆਜ਼ਾਦ ਤੇ ਸੰਤੁਲਿਤ ਪ੍ਰੈਸ ਦੀ ਮੰਗ ਵੀ ਕਰਦੀ ਹੈ। ਸਿਖਰਲੀ ਅਦਾਲਤ ਨੇ ਕਿਹਾ ਹੈ ਕਿ ਅੱਜ ਕੱਲ੍ਹ ਹਰ ਜਿਹੜੀ ਚੀਜ਼ ਹੈ ਉਹ TRP ਦੁਆਰਾ ਚਲਾਈ ਜਾਂਦੀ ਹੈ। ਦੇਖੋ ਸਿਖਰਲੀ ਅਦਾਲਤ ਨੇ ਕਿਹਾ ਆ ਕਿ ਇਹ ਜਿਹੜੇ ਚੈਨਲ ਆ ਇਹਨਾਂ ਦੁਆਰਾ TRP ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਚਲਾਈ ਜਾਂਦੀ ਹੈ ਤੇ ਚੈਨਲ ਜਿਹੜੇ ਆ ਉਹ ਇੱਕ ਦੂਜੇ ਨਾਲ ਮੁਕਾਬਲੇ 'ਚ ਲੱਗੇ ਹੋਏ। ਮੁਕਾਬਲਾ ਇਹ ਆ ਵੀ ਸਭ ਤੋਂ ਪਹਿਲੀ ਹੋੜ ਲੱਗੀ ਆ ਕਿਉਂਕਿ ਅਸੀਂ ਮੀਡੀਆ ਵਾਲੇ ਹੋ ਕੇ ਇਹ ਗੱਲ ਕਰਦੇ ਪਏ ਆ ਕਿ ਸਾਰਿਆਂ ਨੂੰ ਹੋੜ ਲੱਗੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਖਬਰ ਜਾਂ ਕੋਈ ਵੀ ਘਟਨਾ ਵਾਪਰਦੀ ਉਹ ਸਾਡੇ ਚੈਨਲ ਤੇ ਚੱਲ ਪਵੇ, ਸਾਡੇ ਚੈਨਲ ਦੇ ਨਾਲ ਜਿਹੜੇ ਲੋਕ ਆ ਉਹ ਜੁੜ ਜਾਣ, ਸਾਡੇ ਵਿਊ ਵੱਧ ਜਾਣ। ਪਰ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਨਹੀਂ ਚਲਾਈਆਂ ਜਾ ਸਕਦੀਆਂ। ਉਹਦੇ ਕੋਈ ਮਾਪਦੰਡ ਆ, ਕੋਈ ਇਹਨੂੰ ਰੈਗੂਲੇਟਿੰਗ ਕਰਨ ਵਾਸਤੇ ਵੀ ਚਾਹੀਦਾ ਹੈ, ਪਰ ਕਰੇ ਕੌਣ? ਇੱਥੇ ਤਾਂ ਸੁਪਰੀਮ ਕੋਰਟ ਨੇ ਇਹ ਗੱਲ ਕੀਤੀ ਹੈ ਕਿ ਘੱਟੋ ਘੱਟ ਜਿਹੜੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਾਲੇ ਚੈਨਲ ਆ ਇਹਨਾਂ ਦਾ ਕੋਈ ਇਹਨਾਂ ਨਾਲ ਨਜਿੱਠਣ ਵਾਲਾ ਹੋਣਾ ਚਾਹੀਦਾ। ਇਹਨਾਂ ਦੀ ਜਿਹੜੀ ਇਸ ਤਰ੍ਹਾਂ ਦੀਆਂ ਹਰਕਤਾਂ ਆ ਇਹ ਬੰਦ ਹੋਣੀਆਂ ਚਾਹੀਦੀਆਂ ਆ। ਹੁਣ ਇੱਥੇ ਉਹਨਾਂ ਨੇ ਇੱਕ ਹੈਰਾਨੀ ਪ੍ਰਗਟ ਕੀਤੀ ਹੈ ਕਿ ਟੀਵੀ ਨਿਊਜ਼ ਐਂਕਰ ਜੇਕਰ ਨਫ਼ਰਤੀ ਭਾਸ਼ਣ ਦੇ ਪ੍ਰਚਾਰ ਦਾ ਹਿੱਸਾ ਬਣ ਜਾਂਦੇ ਨੇ ਤਾਂ ਉਹਨਾਂ ਨੂੰ ਹਟਾਇਆ ਕਿਉਂ ਨਹੀਂ ਜਾ ਸਕਦਾ। ਅਸੀਂ ਦੇਖਿਆ ਨਾ ਕਿਹੜੇ ਚੈਨਲ ਆ, ਮੈਂ ਇੱਥੇ ਨਾਂ ਨਹੀਂ ਲਊਂਗਾ, ਤੁਸੀਂ ਵੀ ਸਾਰੇ ਜਾਣਦੇ ਹੋ ਕਿ ਬਹੁਤ ਸਾਰੇ ਚੈਨਲ ਜਿਹੜੇ ਕੌਮੀ ਮੀਡੀਆ ਵੱਜਦਾ ਆ ਜਿਨ੍ਹਾਂ ਨੂੰ ਹੁਣ ਗੋਦੀ ਮੀਡੀਆ ਸਾਡੇ ਕਿਸਾਨ ਭਾਈਚਾਰੇ ਨੇ ਕਹਿਣਾ ਸ਼ੁਰੂ ਕੀਤਾ ਸੀਗਾ। ਉਹਨਾਂ ਦੇ ਜਦੋਂ ਐਂਕਰ ਵੀ ਰਲ ਜਾਂਦੇ ਆ ਨਾ, ਫਿਰ ਜਦੋਂ ਉਹ ਭੜਕਾਊ ਤਕਰੀਰਾਂ 'ਤੇ ਉਤਰ ਆ ਜਾਂਦੇ ਆ, ਭੜਕਾਊ ਭਾਸ਼ਾ ਦਾ ਜਿਹੜਾ ਇਸਤੇਮਾਲ ਕਰਦੇ ਆ ਤਾਂ ਫਿਰ ਉਹ ਹੱਦ ਹੋ ਜਾਂਦੀ। ਉਦੋਂ ਐਂ ਲੱਗਦਾ ਆ ਕਿ ਇੱਥੇ ਪੱਤਰਕਾਰੀ ਵਰਗੇ ਪਵਿੱਤਰ ਪੇਸ਼ਾ ਕਹੂੰਗਾ ਕਿਉਂਕਿ ਪੱਤਰਕਾਰੀ ਨੇ ਹੱਕ ਸੱਚ ਦੀ ਗੱਲ ਕਰਨੀ ਹੁੰਦੀ ਆ, ਇਹ ਉਸ ਦੇ ਨਾਲ ਸ਼ਰੇਆਮ ਧੱਕਾ ਕਰਦੇ ਆ। ਇੰਨਾ ਕੁ ਧੱਕਾ ਕੀਤਾ ਜਾ ਰਿਹਾ ਕਿ ਪੱਤਰਕਾਰੀ ਦਾ ਜਿਹੜਾ ਨਾਂ ਆ ਇਹੋ ਜਿਹੇ ਪੱਤਰਕਾਰਾਂ ਨੇ, ਇਹੋ ਜਿਹੇ ਟੀਵੀ ਚੈਨਲਾਂ ਨੇ ਬਦਨਾਮ ਕੀਤਾ
ਹੋਇਆ ਆ। ਇੱਥੇ ਜਸਟਿਸ KM ਜੋਸਫ ਅਤੇ BV ਨਾਗਰਤਨਾ ਦੇ ਬੈਂਚ ਨੇ ਸੁਣਵਾਈ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਪ੍ਰਿੰਟ ਮੀਡੀਆ ਦੇ ਉਲਟ ਨਿਊਜ਼ ਚੈਨਲਾਂ ਲਈ ਕੋਈ ਪ੍ਰੈਸ ਕਾਉਂਸਲ ਆਫ ਇੰਡੀਆ ਨਹੀਂ ਹੈ। ਬੈਂਚ ਵੱਲੋਂ ਦੇਸ਼ ਭਰ ਵਿੱਚ ਨਫ਼ਰਤੀ ਭਾਸ਼ਣਾਂ ਦੀਆਂ ਘਟਨਾਵਾਂ ਤੇ ਰੋਕ ਲਗਾਉਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਸੀਗਾ। ਮੀਡੀਆ ਟ੍ਰਾਇਲ ਤੇ ਚਿੰਤਾ ਜ਼ਾਹਿਰ ਕਰਦਿਆਂ ਬੈਂਚ ਨੇ 에ਅਰ ਇੰਡੀਆ ਦੀ ਉਡਾਨ 'ਚ ਕਥਿਤ ਤੌਰ ਤੇ ਪਿਸ਼ਾਬ ਕਰਨ ਵਾਲੇ ਵਿਅਕਤੀ ਦੀ ਹਾਲੀਆ ਘਟਨਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਦਾ ਨਾਮ ਤੱਕ ਨਸ਼ਰ ਕਰ ਦਿੱਤਾ ਗਿਆ ਆ, ਜਦੋਂ ਕਿ ਮੀਡੀਆ ਨੂੰ ਸਮਝਣਾ ਚਾਹੀਦਾ ਹੈ ਕਿ ਉਸ ਤੇ ਕੇਸ ਅਜੇ ਚੱਲਣਾ ਆ ਤੇ ਉਸ ਨੂੰ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ। ਇਹ ਵੱਡੀ ਹਿਮਾਕਤ ਹੈ, ਇਹ ਮੀਡੀਆ ਦੀ ਵੱਡੀ ਹਿਮਾਕਤ ਹੈ, ਜਿਸ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਇਹ ਮੁੱਦਾ ਉੱਭਰਿਆ ਆ ਕਿ ਕਾਫੀ ਦਿਨਾਂ ਤੋਂ ਵੀਡੀਓ ਜਿਹੜੀ ਆ ਵਾਇਰਲ ਹੋ ਰਹੀ ਸੀਗੀ ਕਿ ਇੱਕ ਹਵਾਈ ਜਹਾਜ਼ ਦੇ ਵਿੱਚ ਇੱਕ ਬਜ਼ੁਰਗ ਬੀਬੀ ਦੇ ਉੱਤੇ ਇੱਕ ਬੰਦੇ ਨੇ ਜਿਹੜਾ ਇੱਕ ਬਹੁਤ ਉੱਚੇ ਰੁਤਬੇ ਦੇ ਉੱਤੇ ਅਮਰੀਕਾ ਦੇ ਵਿੱਚ ਕੰਮ ਕਰਦਾ ਸੀ ਕਿਸੇ ਕੰਪਨੀ ਵਿੱਚ, ਤੇ ਉਸ ਬੀਬੀ ਦੇ ਸਾਹਮਣੇ ਉਸਨੇ ਸ਼ਰਾਬੀ ਹੋਏ ਨੇ ਕੱਪੜੇ ਵੀ ਉਤਾਰੇ ਤੇ ਉਸ ਬਜ਼ੁਰਗ ਬੀਬੀ ਦੇ ਉੱਤੇ ਪਿਸ਼ਾਬ ਵੀ ਕਰ ਦਿੱਤਾ। ਹੁਣ ਮੀਡੀਆ ਲਗਾਤਾਰ ਅਸੀਂ ਦੇਖਿਆ ਕਿ ਉਹਨਾਂ ਦਿਨਾਂ 'ਚ ਲਗਾਤਾਰ ਇਸ ਖਬਰ ਦੇ ਮਗਰ ਪਿਆ ਰਿਹਾ, ਤੇ ਜਿਵੇਂ ਹੀ ਉਸ ਬਾਰੇ ਪਤਾ ਲੱਗਿਆ ਕਿ ਉਹ ਬੰਦਾ ਅਮਰੀਕਾ ਦੀ ਇੱਕ ਕੰਪਨੀ ਵਿੱਚ ਬਹੁਤ ਵੱਡੇ ਅਹੁਦੇ ਉੱਤੇ ਸੀਗਾ ਭਾਰਤ ਬੰਨਿਓ, ਤੇ ਉਸ ਕੰਪਨੀ ਨੇ ਉਹਨੂੰ ਕੱਢ ਦਿੱਤਾ, ਤੇ ਉਸ ਬੰਦੇ ਦੀ ਭਾਲ ਦੇ ਲਈ ਬੰਬਈ ਦੇ ਵਿੱਚ ਜਿਹੜੇ ਛਾਪੇਮਾਰੀ ਕੀਤੀ ਗਈ ਹੈ, ਤੇ ਪੁਲਿਸ ਜਿਹੜੀ ਆ ਉੱਥੇ ਤੱਕ ਪਹੁੰਚੀ ਆ ਦਿੱਲੀ ਤੋਂ, ਕਿਉਂਕਿ 에ਅਰਪੋਰਟ ਤੋਂ ਪੁਲਿਸ ਗਈ ਆ, ਕਿਉਂਕਿ ਉਸ ਬੀਬੀ ਨੇ ਇਤਰਾਜ਼ ਜਤਾਇਆ ਸੀਗਾ। ਤੇ ਇਹਨੇ ਮੀਡੀਆ ਵਾਲਿਆਂ ਨੇ ਕੀ ਕੀਤਾ ਕਿ ਲਗਾਤਾਰ ਅਸੀਂ ਦੇਖਿਆ, ਚਾਹੇ ਪ੍ਰਿੰਟ ਮੀਡੀਆ ਸੀਗਾ, ਚਾਹੇ ਇਸ ਤਰ੍ਹਾਂ ਦਾ ਸੋਸ਼ਲ ਮੀਡੀਆ ਸੀ ਜਾਂ ਕੌਮੀ ਮੀਡੀਆ ਸੀ, ਉਸ ਬੰਦੇ ਦੀਆਂ ਤਸਵੀਰਾਂ ਦਿਖਾ ਕੇ ਖਬਰ ਜਿਹੜੀ ਉਹ ਨਸ਼ਰ ਕਰ ਦਿੱਤੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਜਦੋਂ ਕਿ ਹੋਣਾ ਨਹੀਂ ਚਾਹੀਦਾ ਸੀ। ਹਾਲਾਤ ਇਹ ਹੁੰਦੇ ਕਿ ਜਿੰਨਾ ਚਿਰ ਅਦਾਲਤਾਂ ਉਸ ਬੰਦੇ ਨੂੰ ਦੋਸ਼ੀ ਨਾ ਗਰਦਾਨ ਦੇਣ, ਤੁਸੀਂ ਕੌਣ ਹੁੰਦੇ ਹੋ? ਇਹ ਮੀਡੀਆ ਦੇ ਕੋਲੇ ਕੀ ਰਾਈਟਸ ਹੁੰਦੇ ਆ ਕਿ ਉਹ ਉਸ ਨੂੰ ਦੋਸ਼ੀ ਕਰਾਰ ਦੇਵੇ? ਉਹ ਵੀ ਇਹੋ ਜਿਹਾ ਮੀਡੀਆ ਜਿਹੜਾ ਉੱਠ ਕੇ ਫਟਾਫਟ ਕਾਲ ਦੇ ਵਿੱਚ ਆਪਦੀ TRP ਵਧਾਉਣ ਦੀ ਖਾਤਰ ਵੀ ਲੋਕਾਂ ਨੂੰ ਪਤਾ ਲੱਗੇ ਵੀ ਆਹ ਬੰਦਾ ਸੀ, ਵੀ ਇਹਨੇ ਪਿਸ਼ਾਬ ਕੀਤਾ ਆ, ਤਾਂ ਫਿਰ ਉਹਨੂੰ ਨਸ਼ਰ ਕਰ ਦਿੱਤਾ ਇਹਨਾਂ ਨੇ। ਅੱਗੇ ਜਸਟਿਸ ਜੋਸਫ ਨੇ ਕਿਹਾ ਹੈ ਕਿ ਅਖਬਾਰ ਦੇ ਉਲਟ TV ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰ ਸਕਦਾ ਹੈ ਤੇ ਬਦਕਿਸਮਤੀ ਨਾਲ ਦਰਸ਼ਕ ਅਜਿਹੀ ਸਮੱਗਰੀ ਦੇਖਣ ਲਈ ਇੰਨੇ ਪ੍ਰਪੱਕ ਨਹੀਂ ਹੈ। ਉਹਨਾਂ ਕਿਹਾ ਕਿ ਕਈ ਵਾਰੀ ਬਹਿਸਾਂ ਦੇ ਸਿੱਧੇ ਪ੍ਰਸਾਰਣ ਦੌਰਾਨ ਐਂਕਰ ਸਮੱਸਿਆ ਦਾ ਹਿੱਸਾ ਬਣ ਜਾਂਦੇ ਨੇ ਅਤੇ ਉਹ ਜਾਂ ਤਾਂ ਪੈਨਲ ਵਿੱਚ ਬੈਠੇ ਵਿਅਕਤੀ ਦੀ ਆਵਾਜ਼ ਬੰਦ ਕਰ ਦਿੰਦੇ ਆ ਤੇ ਜਾਂ ਫਿਰ ਉਹਨਾਂ ਨੂੰ ਪੱਖ ਪੇਸ਼ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦੇਗੇ। ਜਸਟਿਸ ਨਾਗਰਤਨਾ ਨੇ ਕਿਹਾ ਕਿ ਜੇਕਰ TV ਚੈਨਲ ਨਫ਼ਰਤ ਭਰੇ ਭਾਸ਼ਣਾਂ ਦਾ ਪ੍ਰਚਾਰ ਕਰਦੇ ਹੋਏ ਪ੍ਰੋਗਰਾਮ ਕੋਡ ਦੀ ਉਲੰਘਣਾ ਕਰਦੇ ਪਾਏ ਜਾਂਦੇ ਹਨ ਤਾਂ ਉਹਨਾਂ ਦੇ ਪ੍ਰਬੰਧਕਾਂ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਹਜ਼ਾਰਾਂ ਸ਼ਿਕਾਇਤਾਂ ਮਿਲੀਆਂ ਅਤੇ ਚੈਨਲਾਂ ਵਿਰੁੱਧ ਕਾਰਵਾਈ ਕੀਤੀ ਗਈ। ਜਸਟਿਸ ਜੋਸਫ ਨੇ ਕਿਹਾ ਕਿ ਜੇਕਰ ਨਿਊਜ਼ ਐਂਕਰ ਜਾਂ ਉਸ ਦੇ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਾਰੇ ਸਿੱਧੇ ਹੋ ਜਾਣਗੇ। ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸੋਲਿਸਿਟਰ ਜਨਰਲ KM ਨਟਰਾਜ ਨੇ ਬੈਂਚ ਨੂੰ ਕਿਹਾ ਹੈ ਕਿ ਬੋਲਣ ਅਤੇ ਪ੍ਰਗਟਾਵੇ ਦੀ ਜਿਹੜੀ ਆਜ਼ਾਦੀ ਬਹੁਤ ਮਹੱਤਵਪੂਰਨ ਹੈ ਅਤੇ ਨਾਜ਼ੁਕ ਚੀਜ਼ ਹੈ ਤੇ ਸਰਕਾਰ ਨੂੰ ਇਸ ਵਿੱਚ ਦਖਲ ਦਿੱਤੇ ਬਿਨਾਂ ਕੁਝ ਜਿਹੜੇ ਕਦਮ ਜ਼ਰੂਰ ਚੁੱਕਣੇ ਚਾਹੀਦੇ ਨੇ। ਨਟਰਾਜ ਨੇ ਕਿਹਾ ਹੈ ਕਿ ਕੇਂਦਰ ਇਸ ਸਮੱਸਿਆ ਤੋਂ ਜਾਣੂ ਹੈ। ਉਹ ਨਫ਼ਰਤ ਭਰੇ ਭਾਸ਼ਣਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਜੋ ਫੌਜਦਾਰੀ ਪ੍ਰਕਿਰਿਆ ਜਿਹਨੂੰ CRPC ਕਹਿੰਦੇ ਆ ਉਹਦੇ ਵਿੱਚ ਸੋਧ ਲਿਆਉਣ ਬਾਰੇ ਵਿਚਾਰਾਂ ਕਰ ਰਹੀ ਹੈ। ਹੁਣ ਇੱਥੇ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਨੇ ਦੇਰ ਹੋਣ ਦਾ ਵੀ ਨੋਟਿਸ ਲਿਆ। ਕਿਵੇਂ ਲਿਆ ਕਿ ਸੁਪਰੀਮ ਕੋਰਟ ਨੇ 2021 ਵਿੱਚ ਨਫ਼ਰਤੀ ਭਾਸ਼ਣਾਂ ਦੇ ਮਾਮਲੇ ਵਿੱਚ FIR ਦਰਜ ਕਰਨ ਵਿੱਚ ਦੇਰੀ ਅਤੇ ਜਾਂਚ ਵਿੱਚ ਹੁਣ ਤੱਕ ਦੀ ਕੋਈ ਸਪਸ਼ਟ ਪ੍ਰਗਤੀ ਨਾ ਹੋਣ ਤੇ ਦਿੱਲੀ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਆ। ਤਾਂ ਸਿਖਰਲੀ ਅਦਾਲਤ ਨੇ ਜਾਂਚ ਅਧਿਕਾਰੀ ਦੇ 2 ਹਫ਼ਤਿਆਂ ਦੇ ਅੰਦਰ ਜਿਹੜੀ ਆ ਇਸ ਬਾਰੇ ਰਿਪੋਰਟ ਮੰਗੀ ਆ। ਚੀਫ ਜਸਟਿਸ DY ਚੰਦਰਚੂੜ ਅਤੇ ਜਸਟਿਸ PS ਨਰਸਿਮਾ ਦੇ ਬੈਂਚ ਨੇ ਕਿਹਾ ਹੈ ਕਿ ਤੁਸੀਂ ਜਾਂਚ ਦੇ ਮਾਮਲੇ ਵਿੱਚ ਕਰ ਕੀ ਰਹੇ ਹੋ। ਇਹ ਗੱਲ ਕੀਤੀ ਹੈ। ਘਟਨਾ 19 ਦਸੰਬਰ ਨੂੰ ਵਾਪਰੀ ਸੀ। FIR ਅਸਲ ਵਿੱਚ 5 ਮਹੀਨੇ ਬਾਅਦ 4 ਮਈ 2022 ਨੂੰ ਦਰਜ ਕੀਤੀ ਗਈ ਸੀ। ਤੁਹਾਨੂੰ FIR ਦਰਜ ਕਰਨ ਲਈ 5 ਮਹੀਨੇ ਕਿਉਂ ਲੱਗਦੇ ਆ? ਚੀਫ ਜਸਟਿਸ ਨੇ ਵਧੀਕ ਸੋਲਿਸਿਟਰ ਜਨਰਲ KM ਨਟਰਾਜ ਨੂੰ ਸਵਾਲ ਕੀਤਾ, ਤੁਸੀਂ ਕੀ ਕੀਤਾ ਹੈ? ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ? ਤੁਸੀਂ ਕਿੰਨੇ ਲੋਕਾਂ ਦੀ ਜਾਂਚ ਕੀਤੀ ਹੈ? ਕਾਨੂੰਨ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਤਹਿਸੀਨ ਪੂਨਾਵਾਲਾ ਕੇਸ ਵਿੱਚ
ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਕੋਈ ਉਲੰਘਣਾ ਨਹੀਂ ਕੀਤੀ ਜਿਸ ਵਿੱਚ ਨਫ਼ਰਤੀ ਅਪਰਾਧਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਲਈ ਨਿਰਦੇਸ਼ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਕਾਰਕੁਨ ਤੁਸ਼ਾਰ ਗਾਂਧੀ ਜਾਂਚ ਏਜੰਸੀ ਨੂੰ ਇਸ ਕੇਸ 'ਚ ਅੱਗੇ ਵਧਣ ਬਾਰੇ ਨਿਰਦੇਸ਼ ਨਹੀਂ ਦੇ ਸਕਦੇ ਤੇ ਖਾਸ ਤੌਰ ਦੇ ਉੱਤੇ ਕੇਸ ਦੀ ਸੁਣਵਾਈ ਸ਼ੁਰੂ ਹੁੰਦਿਆਂ ਹੀ ਤੁਸ਼ਾਰ ਗਾਂਧੀ ਵੱਲੋਂ ਪੇਸ਼ ਹੋਏ ਵਕੀਲ ਸਦਾਨ ਫਾਰਾਸਾਤ ਨੇ ਕਿਹਾ ਹੈ ਕਿ ਉਹ ਸਿਟੀ ਪੁਲਿਸ ਕਮਿਸ਼ਨ ਖਿਲਾਫ ਮਾਣਹਾਨੀ ਦੀ ਕਾਰਵਾਈ ਨਹੀਂ ਕਰਨਾ ਚਾਹੁੰਦੇ ਅਤੇ ਜਾਂਚ ਵਿੱਚ ਪ੍ਰਗਤੀ ਜੋ ਆ ਉਹ ਦੇਖਣਾ ਚਾਹੁੰਦੇ ਨੇ। ਵਕੀਲ ਨੇ ਕਿਹਾ ਹੈ ਕਿ 5 ਮਹੀਨਿਆਂ ਵਿੱਚ FIR ਦਰਜ ਨਹੀਂ ਕੀਤੀ ਗਈ। ਹੁਣ ਹੈਰਾਨੀ ਦੀ ਗੱਲ ਇਹ ਆ, ਇੱਥੇ ਕਿਤੇ ਪੁਲਿਸ ਦੀਆਂ ਕਾਰਵਾਈਆਂ ਢਿੱਲੀਆਂ ਜਦੋਂ ਅਜਿਹੇ ਚੈਨਲ ਕੰਮ ਕਰਦੇ ਆ ਤੇ ਇੱਥੇ ਇੱਕ ਗੱਲ ਇਹ ਵੀ ਹੈ ਕਿ ਅਸੀਂ ਜਿਵੇਂ ਹੁਣ ਪ੍ਰੋਗਰਾਮ ਪੇਸ਼ ਕਰਦੇ ਆ, ਅਸੀਂ ਬੜਾ ਕੁਛ ਘੋਕ ਕੇ ਪੜਚੋਲ ਕਰਕੇ ਤੁਹਾਡੇ ਸਾਹਮਣੇ ਲਿਆਉਣੇ ਆ, ਪਰ ਜਦੋਂ ਇਸ ਤਰ੍ਹਾਂ ਦੇ ਟੀਵੀ ਚੈਨਲ ਜਿਹੜੇ ਕੌਮੀ ਮੀਡੀਆ ਜਾਂ ਗੋਦੀ ਮੀਡੀਆ ਦਾ ਕਿਸਾਨਾਂ ਨੇ ਜਿਨ੍ਹਾਂ ਨੂੰ ਖਿਤਾਬ ਦਿੱਤਾ ਸੀਗਾ, ਉਹਨਾਂ ਦੇ ਉੱਤੇ ਜਦੋਂ ਬਹਿਸਾਂ ਕਰਾਈਆਂ ਜਾਂਦੀਆਂ ਆ ਤੇ ਸੱਚੀ ਗੱਲ ਆ, ਇੱਕ ਤਾਂ ਬਹਿਸ ਦੇ ਦਰਮਿਆਨ ਕਈਆਂ ਨੂੰ ਤਾਂ ਬੋਲਣ ਹੀ ਨਹੀਂ ਦਿੱਤਾ ਜਾਂਦਾ, ਫਿਰ ਐਂਕਰ ਹੀ ਇੰਨਾ ਕੁ ਮੂੰਹ ਫਾੜ ਕੇ ਬੋਲਦੇ ਆ ਕਿ ਬੱਸ ਕਰਾ ਦਿੱਤੀ ਜਾਂਦੀ ਆ ਤੇ ਜਿਹੜੇ ਸਾਹਮਣੇ ਤੁਹਾਡੇ ਮੇਰੇ ਵਰਗੇ ਟੀਵੀ ਵੇਖਦੇ ਹੁੰਦੇ ਆ ਤੇ ਉਹਨਾਂ ਨੂੰ ਇੰਨਾ ਕੁ ਗੁੱਸਾ ਚੜ੍ਹਦਾ ਆ ਕਿ ਇਸ ਪ੍ਰੋਗਰਾਮ ਨੂੰ ਮੈਂ ਲਾਇਆ ਕਿਉਂ ਸੀਗਾ ਤੇ ਇਹ ਹਰਕਤ ਕੀ ਕਰ ਰਿਹਾ ਔਰ ਉਹ ਕਾਰਨ ਕੀ ਹੁੰਦਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹਰਕਤਾਂ ਇਹਨਾਂ ਐਂਕਰਾਂ ਦੇ ਬੰਨਿਓ ਜਿਹੜੀਆਂ ਇਸ ਤਰੀਕੇ ਹਰਕਤਾਂ ਮੂੰਹ ਫਾੜ ਕੇ ਕੀਤੀਆਂ ਜਾਂਦੀਆਂ ਔਰ ਫਿਰ ਯਾਨੀ ਕਿ ਕਈ ਵਾਰੀ ਇਹੋ ਜਿਹੀ ਭਾਸ਼ਾ ਵਰਤੀ ਜਾਂਦੀ ਆ ਜਿਹੜੀ ਤਰੇੜ ਪੈਦਾ ਕਰਦੀ ਹੈ, ਦਰੜ ਪੈਦਾ ਕਰਦੀ ਆ। ਪੱਤਰਕਾਰੀ ਇੱਕ ਪਵਿੱਤਰ ਪੇਸ਼ਾ ਆ। ਇਹੋ ਜਿਹੇ ਪੱਤਰਕਾਰਾਂ ਨੇ, ਇਹੋ ਜਿਹੇ ਗੋਦੀ ਮੀਡੀਆ ਨੇ, ਇਹੋ ਜਿਹੇ ਲੋਕਾਂ ਨੇ ਇਸ ਪੇਸ਼ੇ ਨੂੰ ਬਦਨਾਮ ਕੀਤਾ ਹੋਇਆ ਆ। ਇਸ ਕਰਕੇ ਪੱਤਰਕਾਰੀ ਸੁਹਿਰਦ ਹੋਣੀ ਚਾਹੀਦੀ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਰੈਗੂਲੇਟਿੰਗ ਹੋਣਾ ਚਾਹੀਦਾ ਇਹ ਕੰਮ। ਘੱਟੋ ਘੱਟ ਕੁਛ ਹੱਦ ਤੱਕ ਠੀਕ ਹੈ, ਲੋਕਤੰਤਰ ਦਾ ਚੌਥਾ ਥੰਮ ਜਿਹੜਾ ਹੈ ਮੀਡੀਆ ਨੂੰ ਕਿਹਾ ਜਾਂਦਾ, ਪਰ ਜੇ ਮੀਡੀਆ ਉੱਠ ਕੇ ਹਰਕਤਾਂ ਕਰੇ ਤੇ ਫਿਰ ਕਿਤੋਂ ਤਵੱਕੋ ਕੀਤੀ ਜਾ ਸਕਦੀ ਹੈ ਕਿ ਸਾਰਾ ਕੁਝ ਸਹੀ ਹੋ ਰਿਹਾ ਹੈ। ਹੁਣ ਆਉਂਦੇ ਹਾਂ ਜੀ ਅਗਲੀ ਖਬਰ ਵੱਲ। ਦੁਨੀਆ ਦਾ ਕੋਈ ਮੁਲਕ ਅਜਿਹਾ ਨਹੀਂ ਹੈਗਾ ਦੋਸਤੋ ਜਿੱਥੇ ਅਮੀਰੀ ਤੇ ਗਰੀਬੀ ਨਾ ਹੋਵੇ। ਅਮੀਰੀ ਵੀ ਹੁੰਦੀ ਹੈ, ਗਰੀਬੀ ਵੀ ਹੁੰਦੀ ਹੈ, ਪਰ ਕਿਸੇ ਵੀ ਮੁਲਕ ਦੀ ਗਰੀਬੀ ਦਾ ਇਹ ਮਤਲਬ ਨਹੀਂ ਹੁੰਦਾ ਕਿ ਜੇ ਕੋਈ ਬਾਹਰੋਂ ਆ ਜਾਵੇ ਤੇ ਫਿਰ ਉਸ ਨੂੰ ਜਿਹੜਾ ਹੈਗਾ ਸਿਰਫ ਅਮੀਰੀ ਤੇ ਜਿਹੜੀ ਖੁਸ਼ਹਾਲੀ ਆ ਉਹ ਦਿਖਾਈ ਜਾਵੇ ਤੇ ਗਰੀਬੀ ਨਾ ਦਿਖਾਈ ਜਾਵੇ। ਕਿ ਜਿਹੜੇ ਮੁਲਕਾਂ ਦੇ ਨੁਮਾਇੰਦੇ ਸਾਡੇ ਮੁਲਕਾਂ ਦੇ ਵਿੱਚ ਆਉਂਦੇ ਆ ਕਿ ਉਹਨਾਂ ਦੇ ਮੁਲਕਾਂ ਵਿੱਚ ਗਰੀਬੀ ਨਹੀਂ ਹੈਗੀ, ਪਰ ਫਿਰ ਸਾਡੇ ਸਰਕਾਰ ਜਿਹੜੀ ਹੈ, ਸਾਡੀ ਜਿਹੜੀ ਕੇਂਦਰੀ ਹਕੂਮਤ ਹੈ, ਉਸ ਨੂੰ ਗਰੀਬ ਕੋਝੇ ਕਿਉਂ ਲੱਗਦੇ ਆ, ਉਹਨਾਂ ਨੂੰ ਗਰੀਬਾਂ ਦੀਆਂ ਬਸਤੀਆਂ ਕੋਝੀਆਂ ਕਿਉਂ ਲੱਗਦੀਆਂ ਹੈਗੀਆਂ। ਫਿਰ ਉਹਨਾਂ ਨੂੰ ਢਕਣ ਦੀ ਜਾਂ ਕੰਧਾਂ ਕਰਨ ਦੀ ਜਾਂ ਉਹਨਾਂ ਦੇ ਮੂਹਰੇ ਟੈਂਟ ਲਾਉਣ ਦੇ ਜਿਹੜੇ ਆ ਕਾਰੇ ਕੀਤੇ ਜਾਂਦੇ ਹੈਗੇ ਆ। ਕਿ ਇਸ ਤਰੀਕੇ ਨਾਲ ਗਰੀਬੀ ਖਤਮ ਹੋ ਜੂ, ਕਿ ਇਸ ਤਰੀਕੇ ਨਾਲ ਮੁਲਕ ਜਿਹੜਾ ਆ ਉਹ ਖੁਸ਼ਹਾਲ ਹੋ ਜੂਗਾ, ਕਿ ਇਸ ਤਰੀਕੇ ਦੇ ਨਾਲ ਅਮੀਰੀ ਨਜ਼ਰ ਆਊਗੀ। ਗੱਲ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਇੰਦੌਰ ਦੇ ਵਿੱਚ ਪ੍ਰਵਾਸੀ ਭਾਰਤੀ ਸੰਮੇਲਨ ਹੋਇਆ ਤੇ ਉਹੀ ਸਾਰਾ ਕੁਝ ਜੋ ਪਹਿਲਾਂ ਵੀ ਦੁਹਰਾਇਆ ਸੀ ਮੈਂ ਚਰਚਾ ਕਰਦਾ ਹਾਂ ਕਿ ਕੀਤਾ ਗਿਆ ਹੈ ਕਿ ਗਰੀਬਾਂ ਦੀਆਂ ਬਸਤੀਆਂ ਨੂੰ ਜਿਹੜਾ ਸੀਗਾ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੇ ਕੋਈ ਸਰਕਾਰ ਕਿਸੇ ਸ਼ਹਿਰ ਵਿੱਚ ਕੋਈ ਸੰਮੇਲਨ ਕਰਨਾ ਚਾਹੁੰਦੀ ਹੈ ਤਾਂ ਉਹ ਸ਼ਹਿਰ ਕਿਹੋ ਜਿਹਾ ਦਿਸਣਾ ਚਾਹੀਦਾ ਹੈ। ਇਸ ਸਵਾਲ ਦਾ ਇੱਕੋ ਇੱਕ ਸੰਭਵ ਜਵਾਬ ਇਹੀ ਹੈ ਕਿ ਉਹ ਸ਼ਹਿਰ ਸੋਹਣਾ ਦਿਸਣਾ ਚਾਹੀਦਾ ਆ। ਕੋਈ ਸ਼ੱਕ ਨਹੀਂ, ਸ਼ਹਿਰ ਦੀ ਚੰਗੀ ਤਰ੍ਹਾਂ ਸਾਫ਼ ਸਫਾਈ, ਟੁੱਟੀਆਂ ਸੜਕਾਂ ਤੇ ਫੁੱਟਪਾਥਾਂ ਦੀ ਮੁਰੰਮਤ ਜੋ ਆ ਕੀਤੀ ਜਾਣੀ ਚਾਹੀਦੀ ਆ। ਅਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਆ ਜਿਸ ਨਾਲ ਸ਼ਹਿਰ ਦੀ ਸ਼ਖਸੀਅਤ ਹੋਰ ਨਿਖਰੇ। ਇੱਕ ਹੋਰ ਸਵਾਲ ਇਹ ਹੈ ਕਿ ਜੋ ਉਸ ਸ਼ਹਿਰ ਵਿੱਚ ਅਜਿਹੀਆਂ ਗਰੀਬ ਲੋਕਾਂ ਦੀਆਂ ਬਸਤੀਆਂ ਹੋਣ ਜੋ ਦੇਖਣ ਨੂੰ ਸੋਹਣੀਆਂ ਨਾ ਲੱਗਣ ਤੇ ਫਿਰ ਉਹਨਾਂ ਦਾ ਕੀ ਕੀਤਾ ਜਾਵੇ। ਸਵਾਲ ਖੜਾ ਹੁੰਦਾ ਕਿ ਉਹ ਢਾਹ ਦਿੱਤੀਆਂ ਜਾਣ, ਕਿ ਗਰੀਬ ਉੱਥੋਂ ਖਦੇੜ ਦਿੱਤੇ ਜਾਣ, ਕਿ ਉੱਥੋਂ ਉਹਨਾਂ ਨੂੰ ਭਜਾ ਦਿੱਤਾ ਜਾਵੇ, ਕਿ ਬਸਤੀਆਂ ਜਿਹੜੀਆਂ ਹੈਗੀਆਂ ਆ ਜਾਂ ਫਿਰ ਉਹਨਾਂ ਨੂੰ ਬਲਡੋਜ਼ਰ ਚਲਾ ਦਿੱਤੇ ਜਾਣ, ਕੀ ਕੀਤਾ ਜਾਵੇ। ਇਹ ਕਾਫੀ ਸਾਰੇ ਸਵਾਲ ਖੜੇ ਹੁੰਦੇ ਆ। ਤਾਂ ਇੰਦੌਰ ਦੇ ਵਿੱਚ ਇਹਨਾਂ ਦਿਨਾਂ 'ਚ ਜਿਹੜਾ ਇਹ ਪ੍ਰਵਾਸੀ ਭਾਰਤੀ ਸੰਮੇਲਨ ਹੋ ਨਿਬੜਿਆ ਆ, ਇਸ ਦੇ ਸ਼ਹਿਰ ਦੇ ਜਿਹੜਾ ਬ੍ਰਿਲੀਅੰਟ ਕਨਵੈਨਸ਼ਨ ਹਾਲ ਦੇ ਵਿੱਚ 8-10 ਜਨਵਰੀ ਨੂੰ ਹੋਇਆ ਇਹ ਪ੍ਰਵਾਸੀ ਭਾਰਤੀ ਸੰਮੇਲਨ। ਤਾਂ ਕਨਵੈਨਸ਼ਨ ਹਾਲ ਤੱਕ ਪੁੱਜਣ ਲਈ ਸੁਪਰ ਕਾਰੀਡੋਰ ਬਣਾਇਆ ਗਿਆ। ਖਬਰਾਂ ਅਨੁਸਾਰ ਐਲਿਆਬਾਈ ਏਅਰਪੋਰਟ ਤੋਂ ਲੈ ਕੇ ਸੁਪਰ ਕਾਰੀਡੋਰ ਤੱਕ ਦੀਆਂ ਕਈ ਬਸਤੀਆਂ ਨੂੰ ਦੀਵਾਰਾਂ ਬਣਾ ਕੇ ਅਤੇ ਲੋਹੇ ਦੀਆਂ ਚਾਦਰਾਂ ਲਗਾ ਕੇ ਲੁਕੋ ਦਿੱਤਾ ਗਿਆ। ਤੇ ਇਹ ਵੀ ਦੋਸ਼ ਲਗਾਇਆ ਗਿਆ ਕਿ ਕੁਝ ਘਰਾਂ ਤੇ ਬਲਡੋਜ਼ਰ ਚਲਾਇਆ ਗਿਆ ਜਾਂ ਮੈਂ ਗੱਲ ਕੀਤੀ ਹੈ ਸੱਚੀ ਚਲਾਇਆ ਗਿਆ ਆ ਬਲਡੋਜ਼ਰ। ਤੇ ਬਲਡੋਜ਼ਰ ਚਲਾਉਣ ਤੋਂ ਬਾਅਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਮੈਟਰੋ ਬਣਾਉਣ ਦਾ ਪ੍ਰੋਜੈਕਟ ਚੱਲ ਰਿਹਾ ਆ।
ਇਹ ਦੀਵਾਰਾਂ ਤੇ ਲੋਹੇ ਦੀਆਂ ਚਾਦਰਾਂ ਮੈਟਰੋ ਬਣਾਉਣ ਲਈ ਲਗਾਏ ਗਏ ਹਨ ਤੇ ਨਾਲ ਇਹ ਵੀ ਸਵੀਕਾਰ ਕੀਤਾ ਗਿਆ ਕਿ ਕੁਝ ਹਿੱਸੇ ਨੂੰ ਸੋਹਣਾ ਬਣਾਉਣ ਲਈ ਕੁਝ ਕਾਰਵਾਈ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਅਤੇ ਦੁਕਾਨਾਂ ਸਾਹਮਣੇ ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ ਨੇ, ਜਿਸ ਕਾਰਨ ਦੁਕਾਨਾਂ ਦੇ ਜਿਹੜੀਆਂ ਹਾਲਾਤ ਉਹ ਮੰਦੇ ਹੋਏ ਪਏ ਆ। 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਉਹਨਾਂ ਦੀਆਂ ਦੁਕਾਨਾਂ ਬੰਦ ਪਈਆਂ। ਲੋਕਾਂ ਦੇ ਚੱਲਦੇ ਕਾਰੋਬਾਰ ਜਿਹੜੇ ਆ ਫਨਾਹ ਕੀਤੇ ਗਏ ਆ। ਲੋਕਾਂ ਦੇ ਘਰਾਂ ਚੋਂ ਨਿਕਲਣ ਦੇ ਰਾਸਤੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਆ। ਇਸ ਤਰੀਕੇ ਦੀਆਂ ਜੇ ਉਹ ਹਰਕਤ ਕੀਤੀ ਗਈ ਆ, ਇਸ ਨੂੰ ਚੰਗਾ ਨਹੀਂ ਕਿਹਾ ਜਾਊਗਾ ਕਿ ਤੁਸੀਂ ਵਿਦੇਸ਼ੀ ਲੋਕਾਂ ਨੂੰ ਆਪਦਾ ਮੁਲਕ ਵਿਖਾਉਣ ਦੀ ਖਾਤਰ ਤੁਸੀਂ ਲੋਕਾਂ ਦੇ ਨਾਲ, ਆਮ ਸਮਾਜ ਦੇ ਨਾਲ ਜਿਹੜਾ ਆ ਉਹ ਧੱਕਾ ਕਰਦੇ ਹੋ। ਖਾਸ ਤੌਰ 'ਤੇ ਗਰੀਬ ਬਸਤੀਆਂ ਨਾਲ, ਸਲਮ ਬਸਤੀਆਂ ਵਾਲੇ ਲੋਕਾਂ ਦੇ ਨਾਲ। ਪਤਾ ਹੁੰਦਾ ਕਿ ਇਹਨਾਂ ਨੇ ਬੋਲਣਾ ਨਹੀਂ ਗਾ। ਖਬਰ ਕੀ ਸੀਗੀ ਉਸ ਦਿਨ? ਜਿਹੜੀ ਖਬਰ ਚਰਚਾ ਦਾ ਵਿਸ਼ਾ ਬਣੀ ਉਹ ਇਹ ਸੀਗੀ ਕਿ ਇੰਦੌਰ ਆਉਣ ਵਾਲੇ ਮਹਿਮਾਨਾਂ ਨੂੰ ਸ਼ਹਿਰ ਦੀਆਂ ਸਾਰੀਆਂ ਖਾਸ ਥਾਵਾਂ 'ਤੇ ਲੈ ਜਾਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ, ਜਿਸ ਵਿੱਚ ਅਜ਼ਰਾਨਾ ਗਣੇਸ਼ ਮੰਦਿਰ, 56 ਬਾਜ਼ਾਰ, ਝਾਟ ਚੌਪਾਟੀ ਤੇ ਇੰਦੌਰ ਦੇ ਹੋਰ ਸਥਾਨ ਜਿਹੜੇ ਨੇ ਉਹ ਸ਼ਾਮਲ ਨੇ। ਤੇ ਅਗਲੇ ਦਿਨਾਂ ਤੱਕ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸੀਗੇ ਤੇ ਉਹਨਾਂ ਦੀ ਸੁਰੱਖਿਆ ਲਈ 10,000 ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੂੰ ਲਗਾਇਆ ਗਿਆ ਸੀਗਾ ਤੇ ਵੱਡੇ ਜਿਹੜੇ ਅਧਿਕਾਰੀ ਆ ਉਹ ਤਾਇਨਾਤ ਕੀਤੇ ਗਏ ਸੀ। ਸ਼ਹਿਰ ਦੇ ਕਹਿੰਦੇ ਚੱਪੇ ਦੇ ਉੱਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੂਰੇ ਰੂਟ ਦੀ ਨਿਗਰਾਨੀ ਲਈ 500 ਤੋਂ ਵੱਧ CCTV ਕੈਮਰੇ ਲਗਾਏ ਗਏ ਸਨ। ਇਹ ਹਵਾਈ ਅੱਡੇ ਤੇ ਤੋਂ ਘਟਨਾ ਸਥਾਨ ਤੱਕ ਆਉਣ ਵਾਲੇ ਰਸਤਿਆਂ ਨੂੰ ਕਵਰ ਕਰਨਗੇ। RG ਪੁਲਿਸ ਕੰਟਰੋਲ ਰੂਮ ਤੇ ਉਹਨਾਂ ਦੀ ਨਿਗਰਾਨੀ ਕੀਤੀ ਜਾਵੇਗੀ। ਸਮਾਗਮ ਵਾਲੀ ਜਿਹੜੀ ਜਗ੍ਹਾ ਨਾ ਉੱਥੋਂ ਤੱਕ ਇਹ ਸਾਰੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ। ਦੀਵਾਰਾਂ ਬਣਾਉਣ ਦਾ ਇਹ ਸਿਲਸਿਲਾ ਕੋਈ ਨਵਾਂ ਨਹੀਂ ਗਾ, ਇਹ ਪਹਿਲਾਂ ਵੀ ਹੋਇਆ ਸੀਗਾ। ਅੱਜ ਜੇ ਕਹਿ ਦਈਏ ਨਾ ਕਿ ਦੁਬਾਰਾ ਸਰਕਾਰ ਨੇ ਇਹ ਕੁਝ ਕੀਤਾ ਹੈ, ਇਹ ਪਹਿਲਾਂ ਵੀ ਕੀਤਾ ਗਿਆ ਸੀਗਾ। ਫਰਵਰੀ 2020 ਦੇ ਵੰਨੀ ਆਪਾਂ ਇੱਕ ਵਾਰੀ ਮੁੜਦੇ ਹਾਂ। ਫਰਵਰੀ 2020 ਆਉਂਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਹਿਮਦਾਬਾਦ ਦੌਰੇ 'ਤੇ ਆਉਂਦੇ ਆ। ਇਸ ਦੌਰਾਨ ਸਲਮ ਯਾਨੀ ਗੰਦੀ ਤੇ ਭੀੜੀ ਬਸਤੀ ਨੂੰ ਲੁਕਾਉਣ ਲਈ ਅੱਧਾ ਕਿਲੋਮੀਟਰ ਲੰਮੀ ਜਿਹੜੀ ਸੀਗੀ ਉਹ ਇੱਕ ਕੰਧ ਬਣਾ ਦਿੱਤੀ ਗਈ। ਨਮਸਤੇ ਟਰੰਪ ਦੇ ਉਸ ਸਮਾਗਮ ਦੌਰਾਨ ਵੀ ਕਈ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਉਸ ਸਮੇਂ ਵੀ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਹ ਦੀਵਾਰ ਬਣਾਉਣ ਦੀ ਕਾਰਵਾਈ ਜਿਹੜੀ ਆ ਸੁਰੱਖਿਆ ਤੇ ਸ਼ਹਿਰ ਨੂੰ ਸੁੰਦਰ ਬਣਾਉਣ ਤੇ ਸਫਾਈ ਕਰਾਉਣ ਦੀ ਮੁਹਿੰਮ ਦਾ ਹਿੱਸਾ ਸੀ। ਉਦੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਪੱਲਾ ਝਾੜ ਲਿਆ, ਉਦੋਂ ਉਹਨਾਂ ਨੇ ਪੱਲਾ ਝਾੜਿਆ ਅਹਿਮਦਾਬਾਦ ਵਾਲਿਆਂ ਨੇ। ਹੁਣ ਇੰਦੌਰ ਪ੍ਰਸ਼ਾਸਨ ਨੇ ਇਹ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਹੈ ਕਿ ਸ਼ਹਿਰ ਦੀ ਸਫਾਈ ਤੇ ਮੈਟਰੋ ਦਾ ਹਵਾਲਾ ਦੇ ਦਿੱਤਾ ਗਿਆ ਹੈ। ਸਵਾਲ ਇਹ ਹੈ ਕਿ ਅਸੀਂ ਜਿਹੜੀ ਹਕੀਕਤ ਹੈ ਉਸ ਤੋਂ ਮੂੰਹ ਕਿਉਂ ਮੋੜਨਾ ਚਾਹੁੰਦੇ ਹਾਂ। ਸਾਡੇ ਦੇਸ਼ ਦੇ ਸ਼ਹਿਰਾਂ ਵਿੱਚ ਬਹੁਤ ਘੱਟ ਉਜਰਤ 'ਤੇ ਕੰਮ ਕਰਨ ਵਾਲੇ ਜਿਹੜੇ ਮਿਹਨਤਕਸ਼ ਲੋਕ ਆ ਭੀੜੀਆਂ ਤੇ ਗੰਦੀਆਂ ਬਸਤੀਆਂ ਵਿੱਚ ਰਹਿੰਦੇ ਆ। ਜੇ ਕਿਤੇ ਉਹ ਚਲੇ ਜਾਣ, ਜੇ ਉਹ ਕਿਤੇ ਪਾਸੇ ਹੋ ਜਾਣ ਤੇ ਸਾਡੇ ਸ਼ਹਿਰਾਂ ਦੇ ਵਿੱਚ ਸਾਨੂੰ ਮਜ਼ਦੂਰ ਨਹੀਂ ਲੱਭਣੇ, ਸਾਡੇ ਸ਼ਹਿਰਾਂ ਦੇ ਵਿੱਚੋਂ ਸਫਾਈਆਂ ਨਹੀਂ ਹੋਣੀਆਂ, ਸਾਡੇ ਸ਼ਹਿਰਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਕੰਮ ਉਹਨਾਂ ਦੇ ਸਿਰ 'ਤੇ ਹੁੰਦੇ ਆ ਉਹ ਨਹੀਂ ਹੋਣੇ। ਸਾਡੇ ਸ਼ਹਿਰਾਂ ਦੇ ਹੋ ਸਕਦਾ ਹੈ ਰੂੜੀਆਂ ਦੇ ਉੱਤੋਂ ਗੰਦੇ ਕਾਗਜ਼ ਵੀ ਨਾ ਚੱਕੇ ਜਾਣ, ਕਚਰਾ ਵੀ ਨਾ ਸਾਫ਼ ਹੋਵੇ। ਇਹ ਲੋਕ ਆ ਜਿਹੜਾ ਇਹ ਸਾਰਾ ਕੁਝ ਕਰਦੇ ਆ ਦੇਸ਼ ਦੇ। ਕਦੇ ਅਸੀਂ ਜਾਂ ਸਰਕਾਰਾਂ ਇਹਨਾਂ ਵੱਲ ਨਹੀਂ ਦੇਖਦੀਆਂ ਗਈਆਂ। ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਬਹੁਤ ਲੋਕ ਆ, ਹਰ ਸ਼ਹਿਰ ਦੇ ਵਿੱਚ ਆ, ਹਰ ਸ਼ਹਿਰ ਦੇ ਵਿੱਚ ਝੌਂਪੜ ਪੱਟੀ ਆ ਕਿ ਇਸ ਦੇ ਬਾਵਜੂਦ ਇਹ ਝੌਂਪੜ ਪੱਟੀ ਦੇਸ਼ ਦੇ ਵਿਕਾਸ ਦੇ ਵਿੱਚ ਕੋਈ ਰੁਕਾਵਟ ਪਾਉਂਦੇ ਆ ਕਿ ਇਹਨਾਂ ਵਸਦੇ ਹੋਏ ਲੋਕਾਂ ਨੂੰ ਸਿਰਫ ਤੇ ਸਿਰਫ ਜਦੋਂ ਵਿਦੇਸ਼ੀ ਆਉਂਦੇ ਆ ਉਦੋਂ ਇਹਨਾਂ ਨੂੰ ਦਰਕਨਾਰ ਕਰ ਦਿੱਤਾ ਜਾਂਦਾ ਹੈਗਾ, ਇਹਨਾਂ ਨੂੰ ਪਾਸੇ ਕਰਕੇ ਲੁਕੋ ਦਿੱਤਾ ਜਾਂਦਾ ਹੈ, ਇਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਇਆ ਜਾਂਦਾ ਇਸ ਕਰਕੇ ਕਿ ਇਹਨਾਂ ਨੇ ਕੁਛ ਬੋਲਣਾ ਨਹੀਂ। ਇਸ ਕਰਕੇ ਇਹਨਾਂ ਨਾਲ ਆਹ ਹਰਕਤਾਂ ਕੀਤੀਆਂ ਜਾਂਦੀਆਂ ਹੈਗੀਆਂ। ਤੇ ਕਈ ਸ਼ਹਿਰਾਂ ਵਿੱਚ ਹੇਠਲੇ ਮੱਧ ਵਰਗ ਨਾਲ ਸੰਬੰਧ ਰੱਖਦੇ ਲੋਕਾਂ ਦੇ ਘਰ ਵੀ ਬਿਨਾਂ ਤਰਤੀਬ ਤੋਂ ਬਣੇ ਹੋਏ ਆ। ਇੱਥੇ ਹੁਣ ਜੇ ਗੱਲ ਕਰੀਏ, ਕਿਉਂਕਿ ਸਲਮ ਬਸਤੀਆਂ ਦੇ ਨੂੰ ਪਤਾ ਥੋੜ੍ਹੀ ਵੀ ਕਿੱਧਰੋਂ ਕਿੱਧਰ ਗਲੀ ਜਾਣੀ ਆ, ਕਿੱਧਰੋਂ ਕਿੱਧਰ ਮੁੜਨੀ ਆ, ਕਿੱਧਰੋਂ ਨਾਲੀ ਕੱਢਣੀ ਆ, ਕਿੱਧਰ ਨਾਲਾ ਕੱਢਣਾ ਹੈ। ਉਹ ਤਾਂ ਵਿਚਾਰੇ ਟਿਕਾਣਾ ਮਿਲ ਗਿਆ, ਸਿਰ ਢਕਣ ਨੂੰ ਬਹਿ ਗਏ, ਪੈਰ ਜ਼ਮੀਨ ਮਿਲ ਗਈ ਉਹਨਾਂ ਨੂੰ, ਉੱਥੇ ਝੁੱਗੀ ਪਾ ਲਈ ਉਹਨਾਂ ਨੇ। ਇੱਦਾਂ ਉਹ ਲੋਕ ਰਹਿੰਦੇ ਆ। ਇਸ ਵਿੱਚ ਇੱਕ ਗੱਲ ਦੇਖੀ ਜਾਵੇ ਕਿ ਇਹਨਾਂ ਲੋਕਾਂ ਦੇ ਘਰ ਜਿਹੜੇ ਆ ਬਿਨਾਂ ਤਰਤੀਬ ਤੋਂ ਬਣੇ ਆ,
ਜੋ ਸੁਹਜਾਤਮਕ ਪੱਖ ਤੋਂ ਚੰਗੇ ਨਹੀਂ ਲੱਗਦੇ, ਯਾਨੀ ਸੋਹਣੇ ਨਹੀਂ ਲੱਗਦੇਗੇ। ਇਸ ਵਿੱਚ ਸ਼ਹਿਰ ਦਾ ਫੈਲਾਅ ਯੋਜਨਾਬੱਧ ਤਰੀਕੇ ਨਾਲ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਦੀ ਜਿਹੜੀ ਭੂਮਿਕਾ ਆ ਉਹ ਮਹੱਤਵਪੂਰਨ ਹੁੰਦੀ ਹੈ। ਇੰਦੌਰ ਨੂੰ ਕਈ ਸਾਲਾਂ ਤੋਂ ਦੇਸ਼ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰ ਵਜੋਂ ਚੁਣਿਆ ਜਾ ਰਿਹਾ। ਅਸੀਂ 2020-21-22 ਚ ਵੇਖਿਆ ਆ ਕਿ ਜਦੋਂ ਦੇਸ਼ ਦਾ ਸਭ ਤੋਂ ਸੋਹਣਾ ਸ਼ਹਿਰ ਕਿਹੜਾ ਆ ਤੇ ਉਹਦੇ ਵਿੱਚ ਇੰਦੌਰ ਦਾ ਨਾਮ ਆਉਂਦਾ ਆ। ਸ਼ਹਿਰ ਦਾ ਕੁਝ ਹਿੱਸਾ ਗਰੀਬ ਜ਼ਰੂਰ ਹੋ ਸਕਦਾ ਹੈ, ਪਰ ਜੇ ਸੂਬਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਚਾਹੁਣ ਤਾਂ ਉਸ ਹਿੱਸੇ ਵਿੱਚ ਵੀ ਸਾਫ਼ ਸਫਾਈ ਕਰਕੇ ਵੱਡੇ ਸੁਧਾਰ ਲਿਆਂਦੇ ਜਾ ਸਕਦੇ ਆ। ਬਹੁਤ ਵਾਰੀ ਕਾਫੀ ਸਾਰੀਆਂ NGO ਬਣੀਆਂ ਹੁੰਦੀਆਂ ਆ। NGO ਜਿਹੜੀਆਂ ਨੇ ਉਹ ਕਈ ਵਾਰੀ ਇਹੋ ਜਿਹਾ ਵਿਖਾਵਾ ਕਰਦੀਆਂ ਆ ਕਿ ਸ਼ਹਿਰ ਦੀਆਂ ਸੜਕਾਂ ਤੇ ਝਾੜੂ ਫੜ ਕੇ ਧਨਾੜ ਲੋਕ, ਕੋਈ ਅਫਸਰ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਸਟੂਡੈਂਟ ਹੈ, ਉਹ ਸਾਰੇ ਲੱਗੇ ਆ। ਦੂਸਰੇ ਦਿਨ ਅਖਬਾਰਾਂ 'ਚ ਸੁਰਖੀਆਂ ਹੁੰਦੀਆਂ ਕਿ ਅਫਸਰ ਲੱਗੇ, ਇੰਜੀਨੀਅਰ ਲੱਗੇ, ਡਾਕਟਰ ਲੱਗੇ ਜੀ, ਝਾੜੂ ਫੜ ਕੇ ਸ਼ਹਿਰ ਦੀ ਸਫਾਈ ਮੁਹਿੰਮ ਛੇੜੀ। ਸ਼ਹਿਰਾਂ ਦੀ ਸਫਾਈ ਮੁਹਿੰਮ ਵਾਸਤੇ ਤਾਂ ਨਗਰ ਕੌਂਸਲਾਂ, ਨਗਰ ਪਾਲਿਕਾਂ, ਕੰਟੋਨਮੈਂਟ ਬੋਰਡ ਬਣੇ ਹੋਏ ਆ, ਪਰ ਕਦੇ ਇਸ ਦੇ ਬਾਵਜੂਦ ਦੇਖਿਆ ਕਿ ਸਲੱਮ ਬਸਤੀਆਂ ਦੇ ਵਿੱਚ ਜਿਹੜੇ ਗਰੀਬ ਲੋਕ ਰਹਿੰਦੇ ਆ, ਮੇਰਾ ਖਿਆਲ ਹੈ ਕਿ ਉਹਨਾਂ ਅਮੀਰਾਂ ਦੇ ਵਾਸਤੇ ਸਿਵਾਏ ਉਹ ਭਿੰਨ ਆਉਂਦੀਆਂ ਮੱਖੀਆਂ ਤੋਂ ਵੱਧ ਉਹਨਾਂ ਦਾ ਸ਼ਾਇਦ ਕੋਈ ਰੁਤਬਾ ਹੀ ਨਹੀਂਗਾ। ਸ਼ਾਇਦ ਇਹੀ ਸੋਚ ਕੇ ਕਦੇ ਨਹੀਂ ਸੋਚਿਆ ਕਿ ਉਹਨਾਂ ਬਸਤੀਆਂ ਵਿੱਚ ਜਾ ਕੇ ਅਸੀਂ, ਕਿਉਂਕਿ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਸ਼ਹਿਰ ਦਾ ਕੋਝ ਆ, ਇਸ ਕੋਝ ਨੂੰ ਬਰਦਾਸ਼ਤ ਨਹੀਂ ਉਹ ਲੋਕ ਕਰਦੇਗੇ। ਉਸ ਕੋਝ ਨੂੰ ਸਵਾਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਦੇਸ਼ ਤਾਂ ਸਾਡਾ, ਧਰਤੀ ਤਾਂ ਸਾਡੀ ਆ, ਲੋਕ ਤਾਂ ਉਹ ਸਾਡੇ ਹੀ ਹੈ, ਤਾਂ ਫਿਰ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਆ ਸਫਾਈ ਵਾਲੇ ਪੱਖ ਤੋਂ। ਉਹਨਾਂ ਬਸਤੀਆਂ ਨੂੰ ਸੋਹਣਾ ਬਣਾ ਦਿੱਤਾ ਜਾਣਾ ਚਾਹੀਦਾ। ਦੋਸਤੋ, ਵਿਦੇਸ਼ਾਂ 'ਚ ਇੱਕ ਗੱਲ ਕਹਾਂ ਤਾਂ ਵਿਦੇਸ਼ਾਂ ਦੇ ਵਿੱਚ ਜੇ ਕਿਤੇ ਇਸ ਤਰ੍ਹਾਂ ਦੀਆਂ, ਵੈਸੇ ਤਾਂ ਬਸਤੀਆਂ ਉੱਥੇ ਨਜ਼ਰ ਨਹੀਂ ਆਉਂਦੀਆਂ, ਪਰ ਜੇ ਕਿਤੇ ਹੈ ਵੀ ਜਾਂ ਕੋਈ ਮਾੜੀ ਗੰਦੀ ਥਾਂ ਪਈ ਹੋਈ ਆ, ਸੜੀ ਹੋਈ ਥਾਂ ਪਈ ਆ, ਉੱਧਰਲੇ ਲੋਕਾਂ ਦੀਆਂ ਇੱਕ ਖਾਸੀਅਤ ਹੈਗੀ ਆ ਕਿ ਉਹਨਾਂ ਨੇ ਕੋਈ ਜਗ੍ਹਾ ਗੰਦੀ, ਟੋਏ ਵਾਲੀ, ਕੂੜੇ ਵਾਲੀ, ਕਬਾੜ ਵਾਲੀ, ਡੰਪ ਵਾਲੀ ਇੱਦਾਂ ਦੀ ਰਹਿਣ ਹੀ ਨਹੀਂ ਦਿੱਤੀ। ਉਹਨਾਂ ਜਗ੍ਹਾ ਦੇ ਉੱਤੇ ਉਹਨਾਂ ਲੋਕਾਂ ਨੇ ਹਰਿਆਵਲ ਪੈਦਾ ਕਰਤੀ, ਘਾਹ ਲਾਤਾ, ਫੁੱਲ ਬੂਟੇ ਲਾਤੇ ਆ, ਡਿਜ਼ਾਈਨਦਾਰ ਪੱਥਰ ਰੱਖਤੇ ਆ, ਲੱਕੜਾਂ, ਪੁਰਾਣੇ ਰੁੱਖਾਂ ਦੇ ਮੋਢਾ ਡਿਜ਼ਾਈਨ ਦੇ ਕੇ ਰੱਖ ਦਿੱਤੇ ਆ, ਇੰਨੇ ਸੋਹਣੇ ਸ਼ਹਿਰ ਬਣਾਏ। ਅਸੀਂ ਇਹਨਾਂ ਬਸਤੀਆਂ ਦੇ ਲੋਕਾਂ ਦੇ ਲਈ ਕਿਉਂ ਨਹੀਂ ਕੰਮ ਕਰਦੇ? ਕਿਹੜੀ NGO ਆ ਜਿਹੜੀ ਉੱਠ ਕੇ ਇਹਨਾਂ ਬਸਤੀਆਂ 'ਚ ਜਾ ਕੇ ਕੰਮ ਕਰਦੀ ਹੈ? ਸੋਚਣਾ ਪਊਗਾ ਨਾ। ਤਾਂ ਇਹਨਾਂ ਲੋਕਾਂ ਦੇ ਬਾਰੇ, ਜਿਹੜੇ ਇਹ ਗਰੀਬ ਆ, ਇਹਨਾਂ ਦੇ ਇਸ ਗਰੀਬੀ ਨੂੰ ਢਕਣ ਦੀ ਖਾਤਰ ਅਸੀਂ ਇਹ ਕੁਝ ਕਰਦੇ ਪਏ ਹਾਂ। ਤਾਂ ਅਜਿਹੀਆਂ ਘਟਨਾਵਾਂ ਤੋਂ ਬੁਨਿਆਦੀ ਸਵਾਲ ਪੈਦਾ ਹੁੰਦਾ ਆ ਕਿ ਸਾਡੇ ਆਗੂ ਤੇ ਪ੍ਰਸ਼ਾਸਕ ਗਰੀਬ ਲੋਕਾਂ ਨਾਲ ਨਫ਼ਰਤ ਕਰਦੇ ਆ। ਪ੍ਰਵਾਸੀ ਭਾਰਤੀਆਂ ਨੇ ਇਸ ਦੇਸ਼ ਤੋਂ ਹੀ ਪ੍ਰਵਾਸ ਕੀਤਾ ਹੈ। ਜੇ ਉਹ ਆ ਗਏ ਆਪਦੇ ਮੁਲਕ ਦੇ ਵਿੱਚ, ਸਵਾਲ ਵੱਡਾ ਇਹ ਹੈ, ਤਾਂ ਫਿਰ ਐਡੀ ਕੀ ਆਫਤ ਆ ਗਈ ਜੀ ਉਹਨਾਂ ਨੂੰ ਪਤਾ ਲੱਗ ਜੂ। ਉਹਨਾਂ ਨੂੰ ਉਹ ਤਾਂ ਜਾਣਦੇ ਹੀ ਹੈ ਕਿ ਸਾਡੇ ਦੇਸ਼ ਵਿੱਚ ਗਰੀਬੀ ਵੀ ਹੈਗੀ ਆ। ਤਾਂ ਪ੍ਰਵਾਸੀ ਭਾਰਤੀਆਂ ਨੇ ਇਸ ਦੇਸ਼ ਤੋਂ ਪ੍ਰਵਾਸ ਕੀਤਾ ਆ। ਇਸ ਕਰਕੇ ਸਾਡੇ ਦੇਸ਼ ਦਾ ਵੱਡਾ ਹਿੱਸਾ ਘੱਟ ਸਾਧਨਾਂ ਵਾਲੇ ਲੋਕਾਂ ਦਾ ਹੈਗਾ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ। ਤੇ ਜੇ ਉਹਨਾਂ ਵਿੱਚੋਂ ਕੁਝ ਲੋਕ ਬਹੁਤ ਖਰਾਬ ਹਾਲਤ ਵਿੱਚ ਰਹਿੰਦੇ ਆ ਤਾਂ ਕਸੂਰ ਉਹਨਾਂ ਦਾ ਨਹੀਂ, ਸਗੋਂ ਸਰਕਾਰਾਂ ਦਾ ਆ। ਸਰਕਾਰਾਂ ਦਾ ਤੇ ਉਹ ਜਿਹੜੇ NGOs ਵਾਲੇ ਲੋਕ ਆ, ਉਹਨਾਂ ਨੂੰ ਵੀ ਜਾਗਣਾ ਪਊਗਾ। ਜੇ ਤੁਸੀਂ ਸਹੀ ਅਰਥਾਂ 'ਚ ਸੇਵਾ ਕਰਨੀ ਚਾਹੁੰਦੇ ਹੋ ਤਾਂ ਸਿਰਫ ਵੀਡੀਓ ਬਣਾ ਕੇ, ਫੋਟੋ ਖਿਚਾ ਕੇ ਮੀਡੀਆ ਤੱਕ ਹੀ ਖਬਰ ਦਾ ਹਿੱਸਾ ਨਾ ਬਣੋ, ਅਸਲ ਰੂਪ ਵਿੱਚ ਵੀ ਨਿੱਤਰ ਕੇ ਆਓ, ਤਾਂ ਕਿ ਇਹ ਕੋਝ ਨਾ ਲੱਗਣ ਤੇ ਇਹਨਾਂ ਬਸਤੀਆਂ ਨੂੰ ਅਸੀਂ ਹੋਰ ਸੋਹਣਾ ਤੇ ਸਾਫ਼ ਸੁਥਰਾ ਬਣਾਈਏ, ਤਾਂ ਕਿ ਉਹ ਲੋਕ ਜਿਹੜੇ ਜ਼ਿੰਦਗੀ ਜਿਉਂ ਨਹੀਂ ਰਹੇ, ਜ਼ਿੰਦਗੀ ਢੋ ਰਹੇ ਆ, ਉਹ ਵੀ ਸਹੀ ਅਰਥਾਂ ਵਿੱਚ ਜ਼ਿੰਦਗੀ ਦੇ ਰੰਗ ਮਾਣ ਸਕਣ। ਸੋ ਦੋਸਤੋ, ਇਹ ਸੀ ਦੋ ਖਬਰਾਂ ਜਿਨ੍ਹਾਂ ਤੇ ਚਰਚਾ ਕੀਤੀ ਆ। ਇੱਥੇ ਕਰਦੇ ਹਾਂ ਸਮਾਪਤ। ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਆਰ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਆਰ ਨੂੰ ਭੇਜ ਦਿੰਦੇ ਹਾਂ।
ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ MPA ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ MPA ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। MPA ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ MPA ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPA ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ। ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸਾਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।